ਕਨੈਕਟ ਐਫਐਮ ਦੇ ਈਵਨਿੰਗ ਨਿਊਜ਼ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਅੱਜ ਦੀਆਂ ਮੁੱਖ ਖਬਰਾਂ। BC 'ਚ ਘਟ ਰਹੀ ਕੋਵਿਡ-19 ਮਾਮਲਿਆਂ ਦੀ ਰਫ਼ਤਾਰ। ਅੱਜ 194 ਮਾਮਲੇ ਹੋਏ ਰਿਪੋਰਟ। ਬੀਤੇ ਮਹੀਨੇ ਘਰਾਂ ਦੀ ਵਿਕਰੀ 'ਚ ਮੈਟਰੋ ਵੈਨਕੂਵਰ 'ਚ 13% ਦੀ ਗਿਰਾਵਟ, ਪਰ ਮਈ ਦੇ ਅੰਕੜਿਆਂ ਦੇ ਟੁੱਟੇ ਰਿਕਾਰਡ। BC 'ਚ ਕਈ ਥਾਵਾਂ ਤੇ ਗਰਮੀ ਦੇ ਰਿਕਾਰਡ ਟੁੱਟੇ। ਸਰੀ ਦੇ ਸ਼ਾਪਿੰਗ ਮਾਲ ਵਿੱਚ 2 ਇਮੀਟੇਸ਼ਨ ਬੰਦੂਕਾਂ ਨਾਲ ਸ਼ੱਕੀ ਕਾਬੂ। ਫੈਡਰਲ ਸਰਕਾਰ ਨੂੰ ਪੋਪ ਤੋਂ ਮੁਆਫੀ ਦੀ ਆਸ। ਕਿਹਾ ਕੈਨੇਡਾ ਦੇ ਕੈਥੋਲਿਕ ਬਿਸ਼ਪਸ ਦੀ ਭੂਮਿਕਾ ਵੀ ਨਹੀਂ ਕੀਤੀ ਜਾ ਸਕਦੀ ਖਾਰਜ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਅੱਜ BC 'ਚ ਕੋਵਿਡ-19 ਦੇ 194 ਮਾਮਲੇ ਰਿਪੋਰਟ ਹੋਏ ਹੈ। ਲਗਾਤਾਰ ਦੂਜੇ ਦਿਨ BC ਵਿੱਚ 200 ਤੋਂ ਘੱਟ ਮਾਮਲੇ ਰਿਪੋਰਟ ਹੋਏ ਹੈ। ਇਸ ਤੋਂ ਪਹਿਲਾਂ ਬੀਤੇ ਕੱਲ 184 ਮਾਮਲੇ ਰਿਪੋਰਟ ਹੋਏ ਸੀ। ਇਹ BC 'ਚ ਅਕਤੂਬਰ ਮਹੀਨੇ ਤੋਂ ਬਾਅਦ ਦਾ ਕੋਵਿਡ-19 ਮਾਮਲਿਆਂ ਦਾ ਇੱਕੋ ਦਿਨ ਦਾ ਸਭ ਤੋਂ ਛੋਟਾ ਵਾਧਾ ਸੀ। ਸੂਬੇ 'ਚ 4 ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਵੀ ਦੱਸਿਆ ਗਿਆ, ਜੋ ਕਿ ਦੁੱਖ ਦੀ ਖਬਰ ਹੈ। ਹੁਣ BC 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 1,44,667 ਤੱਕ ਪਹੁੰਚ ਗਈ ਹੈ। BC ਦੀ ਪ੍ਰੋਵਿੰਸ਼ੀਅਲ ਸਿਹਤ ਅਫਸਰ ਡਾਕਟਰ ਬੌਨੀ ਹੈਨਰੀ ਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1,707 ਹੋ ਚੁੱਕੀ ਹੈ। BC 'ਚ ਵਾਇਰਸ ਸੰਬੰਧੀ ਐਕਟਿਵ ਮਾਮਲਿਆਂ ਦੀ ਗਿਣਤੀ 2662 ਤੱਕ ਪਹੁੰਚ ਗਈ ਹੈ। BC 'ਚ ਵੈਕਸੀਨ ਦੀਆਂ ਕੁੱਲ 33,65,286 ਖੁਰਾਕਾਂ ਪ੍ਰਦਾਨ ਹੋ ਚੁੱਕੀਆਂ। ਇਸ ਦੌਰਾਨ 2,08,145 ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਹਾਸਲ ਹੋ ਚੁੱਕੀਆਂ। ਸੂਬੇ ਦੇ 18 ਸਾਲ ਤੋਂ ਵਧੇਰੇ ਉਮਰ ਦੇ 71.1% ਲੋਕ ਵੈਕਸੀਨੇਟ ਹੋ ਚੁੱਕੇ ਹੈ। ਬੀਤੇ ਮਹੀਨੇ ਮੈਟਰੋ ਵੈਨਕੂਵਰ ਵਿੱਚ ਘਰਾਂ ਦੀ ਵਿਕਰੀ ਮਜ਼ਬੂਤ ਰਹੀ, ਪਰ ਰੀਅਲ ਐਸਟੇਟ ਬੋਰਡ ਆਫ ਗ੍ਰੇਟਰ ਵੈਨਕੂਵਰ ਦਾ ਕਹਿਣਾ ਹੈ ਕਿ ਅਪ੍ਰੈਲ ਦੇ ਰਿਕਾਰਡ ਅੰਕੜੇ ਦੇ ਮੁਕਾਬਲੇ ਬਾਜ਼ਾਰ ਦਰਮਿਆਨਾ ਰਿਹਾ। ਬੋਰਡ ਦੇ ਇੱਕ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਮਈ ਦੇ ਮਹੀਨੇ ਵਿੱਚ ਘਰਾਂ ਦੀ ਵਿਕਰੀ ਇਸ ਮਹੀਨੇ ਦੀ 10 ਸਾਲ ਦੀ ਔਸਤ ਤੋਂ ਕਰੀਬ 28% ਵਧੇਰੇ ਰਹੀ। ਜਾਣਕਾਰੀ ਦਿੱਤੀ ਗਈ ਕਿ ਬੀਤੇ ਮਹੀਨੇ 4268 ਘਰਾਂ ਦੀ ਵਿਕਰੀ ਹੋਈ। ਅਪ੍ਰੈਲ ਦੇ ਮਹੀਨੇ ਦੀਆਂ ਵਿਕਰੀਆਂ ਮੁਕਾਬਲੇ 13% ਘੱਟ ਦੱਸੀ ਗਈ। ਬੀਤੇ ਸਾਲ ਪੈਂਡੈਮਿਕ ਦੇ ਦਰਮਿਆਨ ਮਈ ਦੇ ਮਹੀਨੇ ਵਿੱਚ ਹੋਈ ਘਰਾਂ ਦੀ ਵਿਕਰੀ ਦੇ ਮੁਕਾਬਲੇ ਇਸ ਸਾਲ ਮਈ ਮਹੀਨੇ ਦੀਆਂ ਘਰਾਂ ਦੀਆਂ ਵਿਕਰੀਆਂ 187.4% ਵਧੇਰੇ ਦੱਸੀਆਂ ਗਈਆਂ ਹਨ। ਬੋਰਡ ਇਕੋਨੋਮਿਸਟ ਕੀਥ ਸਟੂਅਰਟ ਦਾ ਕਹਿਣਾ ਹੈ ਕਿ ਬਾਜ਼ਾਰ ਦੀ ਗਰਮੀ ਵਿੱਚ ਆਈ ਘਾਟ ਦਰਸਾਉਂਦੀ ਹੈ ਕਿ ਘਰ ਵੇਚਣ ਦੇ ਚਾਹਵਾਨ ਲੋਕ ਏਜੰਟਸ ਨਾਲ ਮਿਲ ਕੇ ਮਾਰਕੀਟ ਦੇ ਅਨੁਸਾਰ ਘਰਾਂ ਦੀ ਕੀਮਤ ਤੈਅ ਕਰਨ। ਸਰੀ RCMP ਦੇ ਫਰੰਟਲਾਈਨ ਅਫਸਰ ਦਾ ਕਹਿਣਾ ਹੈ ਕਿ ਨਿਊਟਨ ਇਲਾਕੇ ਵਿੱਚ ਇੱਕ ਟ੍ਰੈਫਿਕ ਸਟਾਪ ਦੌਰਾਨ ਇੱਕ ਵਿਅਕਤੀ ਤੋਂ ਭਰੀ ਹੋਈ ਬੰਦੂਕ ਬਰਾਮਦ ਹੋਈ ਹੈ। ਮਾਮਲਾ 28 ਮਈ ਦਾ ਦੱਸਿਆ ਗਿਆ। ਤੜਕੇ ਕਰੀਬ 1:45 ਵਜੇ ਅਫਸਰ ਨੇ ਇੱਕ ਵਾਹਨ ਵੇਖਿਆ ਜਿਸ ਦੀ ਇੰਸ਼ੋਰੈਂਸ ਇਨਐਕਟਿਵ ਸੀ। ਇਸ ਵਾਹਨ ਨੂੰ ਕਿੰਗ ਜਾਰਜ ਬੁਲੇਵਾਰਡ ਦੇ 7600 ਬਲਾਕ ਕੋਲ ਰੋਕਿਆ ਗਿਆ। ਜਾਂਚ ਦੌਰਾਨ ਵਾਹਨ ਚਾਲਕ ਕੋਲ ਭਰੀ ਹੋਈ ਬੰਦੂਕ ਮਿਲੀ। ਵਾਹਨ ਨੂੰ ਟੋ ਕੀਤਾ ਗਿਆ ਅਤੇ ਵਾਹਨ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਬਾਅਦ 'ਚ ਜਾਂਚ ਦੇ ਚੱਲਦਿਆਂ ਉਸ ਨੂੰ ਰਿਹਾ ਕਰ ਦਿੱਤਾ ਗਿਆ ਸੀ। ਐਬਟਸਫੋਰਡ ਪੁਲਿਸ ਵੱਲੋਂ ਇੱਕ ਸਕੈਮ ਸੰਬੰਧੀ ਚੇਤਾਵਨੀ ਦਿੱਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਦੌਰਾਨ ਲੋਕਾਂ ਤੱਕ ਕਿਸੇ ਰਿਸ਼ਤੇਦਾਰ ਦਾ ਹਵਾਲਾ ਦੇ ਕੇ ਪਹੁੰਚ ਕੀਤੀ ਜਾਂਦੀ ਹੈ ਅਤੇ ਆਖਿਆ ਜਾਂਦਾ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਹਨਾਂ ਦੀ ਰਿਹਾਈ ਲਈ ਪੈਸੇ ਦੀ ਲੋੜ ਹੈ। ਪੁਲਿਸ ਨੇ ਦੱਸਿਆ ਕਿ ਪੀੜਤਾਂ ਤੱਕ ਇੱਕ ਅਜਿਹੇ ਵਿਅਕਤੀ ਨੇ ਪਹੁੰਚ ਕੀਤੀ ਜੋ ਕਿ ਖੁਦ ਨੂੰ ਕਿਸੇ ਕ੍ਰਿਮੀਨਲ ਵਕੀਲ ਵਜੋਂ ਪੇਸ਼ ਕਰ ਰਿਹਾ ਸੀ ਅਤੇ ਉਸਨੇ ਕਿਹਾ ਕਿ ਉਹ ਪਰਿਵਾਰਕ ਮੈਂਬਰ ਦੀ ਇਜਾਜ਼ਤ ਨਾਲ ਸੰਪਰਕ ਕਰ ਰਿਹਾ ਹੈ ਅਤੇ ਪੈਸੇ ਦੀ ਮੰਗ ਕਰ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਠੱਗ ਆਪਣਾ ਫੋਨ ਨੰਬਰ ਕਿਸੇ ਲੈਜੀਟੀਮੇਟ ਸੋਰਸ ਵੱਲੋਂ ਵਿਖਾਉਣ ਵਿੱਚ ਕਾਮਯਾਬ ਰਹੇ ਹਨ। ਅਫਸਰਾਂ ਨੇ ਸਾਵਧਾਨ ਕੀਤਾ ਹੈ ਕਿ ਅਜਿਹੀ ਕਿਸੇ ਕਾਲ ਤੇ ਪੈਸੇ ਦੇਣ ਵਿੱਚ ਜਲਦਬਾਜ਼ੀ ਨਾ ਕੀਤੀ ਜਾਵੇ। BC ਵਿੱਚ ਵਿਕਟੋਰੀਆ ਦੇ ਇੱਕ ਮਸਾਜ ਥੈਰੇਪਿਸਟ ਤੇ ਜਿਨਸੀ ਹਮਲੇ ਦੇ ਦੋਸ਼ ਲੱਗੇ ਹੈ। ਜਾਂਚ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਹੋਰ ਪੀੜਤ ਹੋਣ ਤਾਂ ਪੁਲਿਸ ਨਾਲ ਸੰਪਰਕ ਕੀਤਾ ਜਾਵੇ। ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਅਕਤੀ ਦੀ ਉਮਰ 35 ਸਾਲ ਅਤੇ ਉਸ ਦਾ ਨਾਮ ਆਜੇਸ਼ ਜੈਕਬ ਦੱਸਿਆ ਗਿਆ। ਪੁਲਿਸ ਨੇ ਅੱਜ ਦੱਸਿਆ ਕਿ ਫੋਰਟ ਸਟਰੀਟ ਅਤੇ 700 ਬਲਾਕ ਦੇ ਇਲਾਕੇ ਵਿੱਚ ਮਸਾਜ ਅਤੇ ਰਿਫਲੈਕਸੋਲੋਜੀ ਵਪਾਰ ਦੀ ਜਗ੍ਹਾ ਤੇ ਜਿਨਸੀ ਹਮਲਾ ਵਾਪਰਿਆ ਸੀ। ਇਸ ਵਿਅਕਤੀ ਨੂੰ ਸੈਮ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਇਸ ਵਿਅਕਤੀ ਨੂੰ 13 ਮਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਸਾਜ ਥੈਰੇਪਿਸਟ ਸੰਬੰਧੀ ਜਾਂਚ ਮਾਰਚ ਵਿੱਚ ਆਰੰਭੀ ਗਈ ਸੀ। ਗਰਮੀ ਦੀ ਰੁੱਤ ਦੀ ਅਧਿਕਾਰਤ ਦਸਤਕ ਵਿੱਚ ਫਿਲਹਾਲ ਕਰੀਬ 3 ਹਫ਼ਤੇ ਦਾ ਸਮਾਂ ਬਾਕੀ ਹੈ, ਪਰ BC ਦੇ ਕਈ ਇਲਾਕਿਆਂ ਵਿੱਚ ਹੀਟ ਵੇਵ ਨੇ ਗਰਮੀਆਂ ਜਿਹਾ ਮਾਹੌਲ ਬਣਾ ਦਿੱਤਾ ਹੈ। ਐਨਵਾਇਰਨਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਬੀਤੇ ਕੱਲ ਇਲਾਕੇ ਦੇ 10 ਸਥਾਨਾਂ 'ਚ ਤਾਪਮਾਨ ਦੇ ਰਿਕਾਰਡ ਟੁੱਟ ਗਏ। ਫੋਰਟ ਨੈਲਸਨ ਵਿੱਚ
29 ਡਿਗਰੀ ਤਾਪਮਾਨ ਦਰਜ ਕੀਤਾ ਗਿਆ, ਜਿਸ ਨਾਲ ਇਲਾਕੇ ਦਾ ਸਾਲ 1961 ਦਾ ਰਿਕਾਰਡ ਟੁੱਟ ਗਿਆ। ਸੇਸ਼ਲ, ਗਿਬਸਨਸ, ਕਲਿੰਟਨ, ਮੈਰਿਟ, ਪੈਂਬਰਟਨ, ਪ੍ਰਿੰਸਟਨ ਅਤੇ ਮੈਲਾਹਟ ਦੇ ਇਲਾਕੇ 'ਚ ਵੀ 27 ਡਿਗਰੀ ਤੋਂ 30 ਡਿਗਰੀ ਵਿਚਾਲੇ ਦੇ ਤਾਪਮਾਨ ਰਿਕਾਰਡ ਕੀਤੇ ਗਏ। ਬੀਤੇ ਕੱਲ ਸਾਰੇ ਕੈਨੇਡਾ 'ਚ ਸਭ ਤੋਂ ਗਰਮ ਤਾਪਮਾਨ ਲਿਟਨ ਵਿੱਚ ਦਰਜ ਹੋਇਆ, ਜਿੱਥੇ 35.2 ਡਿਗਰੀ ਦਾ ਤਾਪਮਾਨ ਦਰਜ ਕੀਤਾ ਗਿਆ। ਇਸ ਨਾਲ ਇਲਾਕੇ ਦਾ 60 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ। ਸਰੀ ਦੇ ਸੈਂਟਰਲ ਸਿਟੀ ਸ਼ਾਪਿੰਗ ਸੈਂਟਰ ਤੋਂ ਇੱਕ ਸ਼ੱਕੀ ਕੋਲੋਂ 2 ਇਮੀਟੇਸ਼ਨ ਬੰਦੂਕਾਂ ਬਰਾਮਦ ਹੋਈਆਂ ਹਨ। ਮਾਮਲਾ 30 ਮਈ ਦਾ ਹੈ। ਸ਼ਾਮ ਕਰੀਬ 5:53 ਤੇ ਸਰੀ RCMP ਦੇ ਫਰੰਟਲਾਈਨ ਅਫਸਰਾਂ ਨੂੰ ਇੱਕ ਸ਼ੱਕੀ ਦੀ ਜਾਣਕਾਰੀ ਮਿਲੀ, ਜਿਸ ਕੋਲ ਬੰਦੂਕ ਹੋਣ ਦੀ ਸੂਚਨਾ ਦਿੱਤੀ ਗਈ ਸੀ। ਇਸ ਆਦਮੀ ਨੇ ਕਥਿਤ ਤੌਰ ਤੇ ਮਾਲ ਵਿੱਚ ਇੱਕ ਸਟੋਰ ਵਿੱਚ ਇੱਕ ਸਟਾਫ ਮੈਂਬਰ ਅਤੇ ਕਸਟਮਰ ਨੂੰ ਵੀ ਧਮਕਾਇਆ ਸੀ ਅਤੇ ਫਿਰ ਦੌੜ ਗਿਆ ਸੀ। ਸ਼ੱਕੀ ਦੀ ਪਛਾਣ ਕੋਡੀ ਡੋਹਰਟੀ ਵਜੋਂ ਹੋਈ ਹੈ। ਇਸ ਦੀ ਉਮਰ 36 ਸਾਲ ਦੱਸੀ ਗਈ ਹੈ। ਇਸ ਵਿਅਕਤੀ ਤੇ ਹਥਿਆਰ ਸੰਬੰਧੀ ਕਈ ਦੋਸ਼ ਲੱਗੇ ਹੈ। ਸ਼ੱਕੀ ਦੀ ਜੁਡੀਸ਼ੀਅਲ ਜਸਟਿਸ ਸਾਹਮਣੇ ਪੇਸ਼ੀ ਤੋਂ ਬਾਅਦ ਉਸ ਨੂੰ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। ਕਾਂਸਟੇਬਲ ਸਰਬਜੀਤ ਸੰਘਾ ਨੇ ਕਿਹਾ ਕਿ ਫਰੰਟਲਾਈਨ ਅਫਸਰਾਂ ਅਤੇ ਮਾਲ ਸਿਕਿਉਰਿਟੀ ਦੀ ਸਾਵਧਾਨੀ ਕਾਰਨ ਸ਼ੱਕੀ ਨੂੰ ਜਲਦੀ ਕਾਬੂ ਕੀਤਾ ਜਾ ਸਕਿਆ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹ ਵੈਟੀਕਨ ਤੋਂ ਰਸਮੀ ਮੁਆਫੀ ਦੀ ਆਸ ਕਰ ਰਹੀ ਹੈ। ਇੰਡੀਜਨਸ ਸਰਵਿਸਿਜ਼ ਮੰਤਰੀ ਮਾਰਕ ਮਿਲਰ ਦਾ ਕਹਿਣਾ ਹੈ ਕਿ ਇਹ ਬੇहद ਸ਼ਰਮਨਾਕ ਹੈ ਕਿ ਪੋਪ ਨੇ ਹੁਣ ਤੱਕ ਨਿੱਜੀ ਪੱਧਰ ਤੇ 215 ਬੱਚਿਆਂ ਦੇ ਦਫਨ ਹੋਣ ਦੇ ਖੁਲਾਸੇ ਤੋਂ ਬਾਅਦ ਮੁਆਫੀ ਨਹੀਂ ਮੰਗੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਵਿੱਚ ਕੈਥੋਲਿਕ ਚਰਚ ਵੱਲੋਂ ਨਿਭਾਈ ਭੂਮਿਕਾ ਤੇ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਵਿੱਚ ਕੈਨੇਡਾ ਦੇ ਕੈਥੋਲਿਕ ਬਿਸ਼ਪਸ ਦੀ ਜ਼ਿੰਮੇਵਾਰੀ ਨੂੰ ਵੀ ਖਾਰਜ ਨਹੀਂ ਕੀਤਾ ਜਾ ਸਕਦਾ। ਅੱਜ ਸਰਕਾਰ ਨੇ ਐਲਾਨ ਕੀਤਾ ਹੈ ਕਿ ਇਸ ਪ੍ਰਕਾਰ ਦੀਆਂ ਹੋਰ ਗ੍ਰੇਵ ਸਾਈਟਸ ਦੇ ਖੁਲਾਸੇ ਕਰਨ ਲਈ $27 ਮਿਲੀਅਨ ਦੀ ਰਾਸ਼ੀ ਦਿੱਤੀ ਜਾ ਰਹੀ ਹੈ। I think it is shameful that they haven't done it, that it hasn't been done to date. Certainly my Catholic friends that I speak to believe it should be done. There is a responsibility that lies squarely on the shoulders of the Council of Bishops of Canada. ਛਤਰਸਾਲ ਸਟੇਡੀਅਮ ਵਿੱਚ ਭਲਵਾਨ ਸਾਗਰ ਰਾਣਾ ਦੇ ਕਤਲ ਦੇ ਮਾਮਲੇ ਵਿੱਚ ਦਿੱਲੀ ਦੀ ਰੋਹਿਣੀ ਅਦਾਲਤ ਨੇ ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਅਤੇ ਅਜੈ ਬੱਕਰਵਾਲਾ ਨੂੰ 9 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਦਿੱਲੀ ਪੁਲਿਸ ਨੇ ਬੁੱਧਵਾਰ ਨੂੰ ਸੁਸ਼ੀਲ ਨੂੰ ਰੋਹਿਣੀ ਅਦਾਲਤ ਵਿੱਚ ਪੇਸ਼ ਕੀਤਾ ਅਤੇ ਉਸ ਦੇ ਰਿਮਾਂਡ ਵਿੱਚ 3 ਦਿਨਾਂ ਦੀ ਮਿਆਦ ਵਧਾਉਣ ਦੀ ਮੰਗ ਕੀਤੀ, ਪਰ ਅਦਾਲਤ ਨੇ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਅਤੇ ਉਸ ਨੂੰ ਨਿਆਇਕ ਹਿਰਾਸਤ ਵਿੱਚ ਭੇਜਣ ਦਾ ਫੈਸਲਾ ਸੁਣਾਇਆ। ਇਲਜ਼ਾਮ ਹਨ ਕਿ ਸੁਸ਼ੀਲ ਕੁਮਾਰ ਅਤੇ ਕੁਝ ਹੋਰ ਭਲਵਾਨਾਂ ਨੇ 4 ਮਈ ਦੀ ਰਾਤ ਨੂੰ ਦਿੱਲੀ ਦੇ ਛਤਰਸਾਲ ਸਟੇਡੀਅਮ ਕੰਪਲੈਕਸ ਵਿਖੇ ਸਾਗਰ ਰਾਣਾ ਨੂੰ ਬੁਰੀ ਤਰ੍ਹਾਂ ਕੁੱਟਿਆ, ਜਿਸ ਮਗਰੋਂ ਉਸ ਦੀ ਮੌਤ ਹੋ ਗਈ। ਇਸ ਦੌਰਾਨ ਸਾਗਰ ਦੇ ਦੋਸਤ ਸੋਨੂ ਅਤੇ ਅਮਿਤ ਕੁਮਾਰ ਜ਼ਖਮੀ ਹੋ ਗਏ ਸਨ।